ਗੁਰਦੇਵ ਕਹਿੰਦੇ ਨੇ ਡਰ ਘਰ, ਘਰ ਡਰ। ਪਰਮਾਤਮਾ ਦੇ ਡਰ ਦੇ ਘਰ ਵਿੱਚ ਰਹੀਏ। ਘਰ ਡਰ, ਆਪਣੇ ਦਿਲ ਰੂਪੀ ਘਰ ਵਿੱਚ ਪਰਮਾਤਮਾ ਦਾ ਡਰ ਰੱਖੀਏ। ਡਰ ਡਰ ਜਾਏ, ਫਿਰ ਆਪਣੇ ਅੰਦਰ ਵਸਾਏ ਹੋਏ ਪਰਮਾਤਮਾ ਦੇ ਡਰ ਤੋਂ ਦੁਨੀਆਵੀ ਜਿਤਨੇ ਵੀ ਡਰ ਨੇ ਉਹ ਦੂਰ ਹੋ ਜਾਂਦੇ ਨੇ। ਸਾਹਿਬ ਅੱਗੇ ਕਹਿੰਦੇ ਨੇ ਸੋ ਡਰ ਕੇਹਾ ਜਿਤ ਡਰ ਡਰ ਪਾਏ। ਇਸ ਤੋਂ ਇਲਾਵਾ ਹੋਰ ਡਰ ਕਿਹੜਾ ਹੈ ਜਿਸ ਤੋਂ ਅਸੀਂ ਡਰੀਏ। ਪਾਤਸ਼ਾਹ ਕਹਿੰਦੇ ਨੇ ਤੁਧ ਬਿਨ ਦੂਜੀ ਨਾਹੀ ਜਾਏ। ਤੇਰੇ ਤੋਂ ਬਿਨਾ ਦੂਸਰੀ ਕੋਈ ਜਾਏ ਤੋਂ ਭਾਵ ਹੈ ਜਗ੍ਹਾ, ਦੂਸਰੀ ਹੋਰ ਕੋਈ ਜਗ੍ਹਾ ਨਹੀਂ ਹੈ। ਜੋ ਕਿਛ ਵਰਤੈ ਸਭ ਤੇਰੀ ਰਜਾਏ। ਜੋ ਕੁਛ ਵੀ ਹੋ ਰਿਹਾ ਹੈ ਉਹ ਸਭ ਤੇਰੀ ਰਜ਼ਾ ਮੁਤਾਬਕ ਹੀ ਹੋ ਰਿਹਾ ਹੈ। ਤੁਸੀਂ ਗੁਰਬਾਣੀ ਦੇ ਅਰਥ ਸੁਣਦੇ ਹੋ, ਇਹਨਾਂ ਦੇ ਅਰਥਾਂ ਨੂੰ ਸੁਣ ਕੇ ਸਮਝ ਕੇ ਮਨ ਵਿੱਚ ਵਸਾਇਆ ਕਰੋ। ਇਹ ਅਰਥ ਇਸ ਲਈ ਨੇ, ਕਥਾ ਇਸ ਲਈ ਹੈ ਤਾਂ ਕਿ ਤੁਸੀਂ ਆਪਣੇ ਆਪ ਵੀ ਗੁਰਬਾਣੀ ਦੇ ਅਰਥ ਸਮਝ ਸਕੋ। ਐਸਾ ਨਾ ਹੋਵੇ ਕਿਤੇ ਪੰਡਤਾਂ ਤੇ ਵਾਂਗੂ ਗੁਰਬਾਣੀ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੱਕ ਹੀ ਸੀਮਤ ਰਹਿ ਜਾਏ, ਲੋਕ ਉਸ ਨੂੰ ਸਮਝ ਹੀ ਨਾ ਪਾਣ। ਕਿਉਂਕਿ ਤੁਸੀਂ ਦੇਖਦੇ ਹੋ ਸਨਾਤਨੀ ਸ਼ਾਦੀਆਂ ਵਿਆਹ ਮੌਕੇ ਪੰਡਿਤ ਜੋ ਮੰਤਰ ਬੋਲਦਾ ਹੈ ਕਿਸੇ ਨੂੰ ਉਸ ਦੇ ਅਰਥ ਨਹੀਂ ਪਤਾ ਹੁੰਦੇ। ਹੁਣ ਜੇ ਗੁਰਸਿੱਖੀ ਵੱਲ ਆਈਏ ਤੇ ਜਿਤਨੇ ਮੈਂ ਆਨੰਦ ਕਾਰਜ ਕਰਵਾਏ ਨੇ, ਕੀਤੇ ਨੇ ਤੇ ਦੇਖੇ ਨੇ, ਲਾੜੇ ਅਤੇ ਲਾੜੀ ਦੋਨਾਂ ਨੂੰ ਨਹੀਂ ਪਤਾ ਹੁੰਦਾ ਵੀ ਇਹਨਾਂ ਲਾਵਾਂ ਦਾ ਮਤਲਬ ਕੀ ਹੈ। ਉਹਨਾਂ ਦੀ ਗੱਲ ਛੱਡੋ, ਜਿਹੜੇ ਸਿਆਣੇ ਪਿੱਛੇ ਬੈਠੇ ਹੁੰਦੇ ਨੇ ਨਾ, ਜਿਨ੍ਹਾਂ ਦੇ ਵਿਆਹ ਨੂੰ 50-50 ਸਾਲ ਹੋ ਗਏ ਨੇ, ਕਿਸੇ ਨੂੰ ਨਹੀਂ ਪਤਾ ਵੀ ਇਹਨਾਂ ਲਾਵਾਂ ਦਾ ਮਤਲਬ ਕੀ ਹੈ। ਉਹਨਾਂ ਦੇ ਲਈ ਸਿਰਫ 15 ਮਿੰਟ ਗੁਜ਼ਾਰਨੇ ਨੇ। ਰਾਗੀ ਨੂੰ ਕਹਿੰਦੇ ਨੇ ਭਾਈ ਛੇਤੀ ਛੇਤੀ ਪੜ੍ਹ ਦੇ ਤੂੰ, ਗ੍ਰੰਥੀ ਨੂੰ ਕਹਿੰਦੇ ਨੇ ਵੀ ਬਹੁਤਾ ਟਾਈਮ ਨਹੀਂ ਲਗਾਉਣਾ, ਅੱਗੇ ਹੀ ਅਸੀਂ ਲੇਟ ਹੋ ਗਏ ਹਾਂ। ਪਤਾ ਨਹੀਂ ਵਿਆਹ ਤਕਰੀਬਨ 5-6 ਮਹੀਨੇ ਪਹਿਲਾਂ ਰੱਖਿਆ ਹੁੰਦਾ ਹੈ। ਜਿਸ ਦਿਨ ਵਿਆਹ ਹੈ ਉਸੇ ਦਿਨ ਲੇਟ ਹੋ ਜਾਣਗੇ। ਬਾਹਰ ਨੱਚਦੇ ਰਹਿਣ, ਟੱਪਦੇ ਰਹਿਣ 3-4 ਘੰਟੇ, ਬੇਸ਼ੱਕ ਉਹ ਮੇਕਓਵਰ ਕਰਵਾਉਂਦੇ ਰਹਿਣ, ਪਾਰਲਰ ਜਾਂਦੇ ਰਹਿਣ, ਹੋਰ ਤਿਆਰੀਆਂ ਕਰਦੇ ਰਹਿਣ, ਪਰ ਇੱਥੇ ਕੋਈ 15 ਮਿੰਟ ਤੋਂ ਜ਼ਿਆਦਾ ਰੁਕ ਕੇ ਰਾਜੀ ਨਹੀਂ ਹੈ। ਜੇ ਬਹੁਤੀ ਲੰਬੀ ਅਰਦਾਸ ਕਰ ਦਿੱਤੀ ਨਾ ਤੇ ਕਹਿਣਗੇ ਭਾਈ ਸਾਹਿਬ ਅਸੀਂ ਤਾਂ ਅੱਗੇ ਹੀ ਥੱਕ ਹੋਏ ਸੀ, ਤੁਸੀਂ ਐਵੇਂ ਲਮਕਾਈ ਜਾਂਦੇ ਸੀ ਅਰਦਾਸ। ਮੈਂ ਕਿਹਾ ਮੈਨੂੰ ਕਹਿ ਦੇਣਾ ਸੀ, ਮੈਂ ਪਹਿਲਾਂ ਕਰਕੇ ਰੱਖ ਲੈਂਦਾ। ਮੈਨੂੰ ਕੀ ਸੀ, ਮੈਂ ਪੜ੍ਹ ਕੇ ਰੱਖ ਲੈਂਦਾ, ਅਰਦਾਸ ਵੀ ਕੀਰਤਨ ਵੀ ਕਰਵਾ ਕੇ ਰੱਖ ਲਿਆ। ਤੁਹਾਡੇ ਆਉਣ ਤੋਂ ਪਹਿਲਾਂ ਪੜ੍ਹ ਦਿੰਦਾ, ਇੱਥੇ ਆ ਕੇ ਤੁਹਾਡੇ ਸਾਈਨ ਕਰਵਾਉਣੇ ਭੇਜ ਦੇਣਾ ਸੀ। ਇਤਨੀ ਜਲਦੀ ਕਰਦੇ ਨੇ ਲੋਕ। ਤੇ ਉਹਨਾਂ ਲਾਵਾਂ ਦਾ ਭਾਵ ਕੀ ਹੈ ਕਿਸੇ ਨੂੰ ਸਮਝਣ ਦਾ ਸਮਾਂ ਹੀ ਹੈ ਨਹੀਂ। ਅਸੀਂ ਵੀ ਗੁਰਬਾਣੀ ਨੂੰ ਉਹ ਵੇਦ ਮੰਤਰੀ ਬਣਾਉਂਦੇ ਜਾ ਰਹੇ ਹਾਂ, ਮਤਲਬ ਕਿਸੇ ਨੂੰ ਕੋਈ ਨਹੀਂ ਹੈਗਾ। 2-4 ਸ਼ਬਦ ਨੇ, ਉਹੀ ਸਾਨੂੰ ਆਉਂਦੇ ਨੇ ਲੈ ਦੇ ਕੇ ਵੀ ਪੂਤਾ ਮਾਤਾ ਕੀ ਆਸ਼ੀਸ਼ ਹੋ ਗਈ, ਬੇਸੰਤਾ ਕੇ ਕਾਰਜ ਜਾਨ ਖਲੋ। ਬਸ ਇਹ 2-4 ਸ਼ਬਦ ਜੋ ਮੰਗੇ ਠਾਕੁਰ ਆਪਣੇ, ਤੇ ਐਸੇ ਐਸੇ ਗਿਣੇ ਚੁਣੇ ਸ਼ਬਦ ਨੇ ਜੋ ਸਾਨੂੰ ਯਾਦ ਨੇ। ਬਾਕੀ ਗੁਰਬਾਣੀ ਕੀ ਕਹਿੰਦੀ ਹੈ ਨਹੀਂ ਪਤਾ। ਹੁਣ ਇੱਥੇ ਇਸ ਪੰਕਤੀ ਵਿੱਚ ਡਰ ਘਰ ਘਰ ਡਰ 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 ਜਾਏ, ਡਰ ਹੀ ਡਰ ਹੈ। ਜੇ ਦੇਖਿਆ ਜਾਵੇ ਤੇ ਕੋਈ ਕੀ ਕਹੇਗਾ ਵੀ ਇਤਨੀ ਵਾਰੀ ਡਰ ਕਿਉਂ ਆਇਆ ਹੈ। ਇਸ ਡਰ ਦਾ ਇੱਕੋ ਹੀ ਅਰਥ ਨਹੀਂ ਹੈ। ਕੱਲ ਦੇ ਭੈ ਅਤੇ ਭਉ ਦਾ ਵੀ ਇੱਕੋ ਹੀ ਅਰਥ ਨਹੀਂ ਸੀਗਾ। ਮੈਂ ਗੱਲਾਂ ਕਰਦਾ ਤਾਂ ਕਿ ਤੁਸੀਂ ਇੱਕ ਦਿਨ ਆਪ ਸਮਝ ਸਕੋ, ਤੁਸੀਂ ਆਪਣੇ ਬੱਚਿਆਂ ਨੂੰ ਅਰਥ ਸਮਝਾ ਸਕੋ। ਜਦ ਤੱਕ ਤੁਸੀਂ ਗੁਰਬਾਣੀ ਦੇ ਅਰਥ ਨਹੀਂ ਸਮਝੋਗੇ, ਤੁਹਾਡੀ ਆਉਣ ਵਾਲੀ ਪੀੜ੍ਹੀ ਵੀ ਨਹੀਂ ਸਮਝੇਗੀ। ਤੇ ਜੇਕਰ ਗੁਰਬਾਣੀ ਉਹਨਾਂ ਨੂੰ ਸਮਝ ਨਹੀਂ ਲੱਗੀ ਤੇ ਉਹ ਗੁਰਬਾਣੀ ਦੇ ਨੇੜੇ ਨਹੀਂ ਆਉਣਗੇ। ਹੁਣ ਪਿਆਰਿਓ, ਤੁਸੀਂ ਮੱਥਾ ਟੇਕਦੇ ਹੋ ਕਿਉਂਕਿ ਤੁਹਾਨੂੰ ਤੁਹਾਡੇ ਪਿਓ ਨੇ ਦੱਸਿਆ ਕਿ ਮੱਥਾ ਟੇਕਣਾ, ਤੁਹਾਡੀ ਮਾਤਾ ਨੇ ਦੱਸਿਆ ਕਿ ਮੱਥਾ ਟੇਕਣਾ, ਤੁਹਾਡੇ ਦਾਦੀ ਦਾਦੇ ਨੇ, ਕਿਸੇ ਸਿਆਣੇ ਨੇ ਦੱਸਿਆ ਹੋਏਗਾ ਵੀ ਇੱਥੇ ਆ ਮੱਥਾ ਟੇਕ ਤੇ ਬੈਠ ਜਾ।
क्यों मत्था टेकना नहीं पता। लगता यार सिख हाँ गुरु ग्रंथ साहिब ने तो मत्था टेकना बनता, चलो टेक लेने, इस तो ज़्यादा नहीं। पर जिस दिन तुसी कदे बाणी दे अर्थ समझ लए ना, तुसी इसनों जे अपने मन विच वसाया, यह बाणी जो जी हो जाने, जिसका दिल इस नाल जुड़ गया वो वार वार मत्थे टेकेगा। मैं चाहना तुसी समझ के मत्था टेको। हुण तुसी किसे कहे तो मत्था टेक रहे हो, अपनी मर्जी नाल नहीं, क्योंकि तुहानू बाणी दे अर्थ नहीं पता। जदों अर्थ पता लगणगे तुहाडा दिल करेगा इस तो उच्चा, इस तो सोचा गुरु होर कोई संसार विच नहीं है। असी इस करके मत्था नहीं टेकते कि कोई सानू कह रहा है, असी इस करके मत्था टेकदे हां दाता तेरे अलावा कोई मत्था टेकण जोगा सानू मिलदा नहीं। समझिए इस चीज़ नूं, शब्द नूं जद तक समझांगे नहीं, उस परमात्मा का डर अपने घर विच वसाइए, अपने दिल विच वसाइए। गुरुदेव कहते हैं जद ये डर तेरे मन अंदर समा गया ना, परमात्मा का डर, दूसरे सारे डर चले जाएंगे। एक तुहाडी समझ ली मैं अर्ज करा, एक है भै, एक है भौ। भै तो भाव है दुनिया वाला डर, भौ तो भाव है परमात्मा का डर। जिथे किते बाणी विच तुहानू अर्थ स्पष्ट करने हो ना, अपने आप जदों तुसीं कल्ले बैठे होंदे हो, क्योंकि मेरी समझ नाल गुरबाणी दा आनंद तां है, तुसीं गुटका लैके बैठे हो, पोथी लैके बैठे हो, कोई काम नहीं अज, चलो अज गुरु नाल गल्लां करदे हां। उस दिन जब तुसीं गुरबाणी दे अर्थां नू आप समझण लग पए ना, उस दिन तुहानू स्वाद आएगा। ये तो तुहानू सिखाया जा रहा है, ये तो तुहाडी ट्रेनिंग हो रही है। उस तो बाद तुसी आप भी तो करने ना। स्कूल में क्यों पढ़ाया जाता है? ताकि एक दिन तुसी आप करन जोगे हो जाओ, एक दिन तुसी आप टीचर बन के पढ़ाउण लग पाओ। हजे तो तुसी सारे स्टूडेंट हो, लेकिन मैं देखदा भी लोग ना सुन के ही रह जाते हैं, अगे समझण की कोशिश नहीं करते। इस प्रचार का फायदा तां है, कथा का फायदा तां है, ताकि घर घर विच प्रचारक जन्म लवे। गुरु नानक का एक सुपना सी, घर घर अंदर धर्मसाल होवे, कीर्तन सदा वसोआ। हर घर धर्मशाला बन जाए, हर घर गुरुद्वारा बन जाए, हर सिख प्रचारक बन जाए, ताई ते प्रचार होवेगा। मेरे वर्गा तो सिर्फ इत्थे ही बोल सकता है ना, पर तुहाडे घरां तक मेरी पहुँच नहीं है। तुसी गुरबाणी दे अर्थ सिखो। वो जो वेला सी ना, जदों घर कच्चे होया करदे सी, सिख पक्के होया करदे सी, प्रिंट मीडिया इलैक्ट्रॉनिक मीडिया नहीं होया करदा सी, उदों लोग गुटकियां नूं याद करते सन। पूरी पूरी 5 ग्रंथी 10 ग्रंथी सुंदर गुटका उन्हां नूं चेते होया करदे सी, अर्थां समेत। फिर उही अर्थ वो अपने बच्चों नूं, अपने गवांढियां नूं, अपने पिंड वालियां नूं, दादके नानके सौहरियां तक वो अर्थ सुना के आया करदे सी। कोई आ जाए गुरु का प्यारा, अज तो खैर आपां नूं निंदा चुगली तो इलावा दूसरी गल नहीं लभदी, पर उस वेले जो कोई प्राहुणा आ जाए ना, जिसनों आखदे ने पंजाबी विच चढ़दी कला वाला कोई सिंह आ जाए, जिसनों बाणी दे अर्थ आउंदे होवण, उस दे नेड़े बैठ जाया करदे सी, गुरु प्यारिया सानूं वे कुछ सुना। असीं नहीं पढ़ सकदे वो बाणी, साडे लई ते काले अखर भैंस बराबर ही ने, तू जाणदा है प्यारिया, तू कुछ सुना। हुण सुनाएगा तो ताई ना जेकर कुछ आवेगा। आपां दुनिया भी गल्लां करदे हां, पर तुसी भी उतनी ही अहमियत रखदे हो इस पंथ विच जितनी कि मेरी है। तुहाडा भी उतना ही फर्ज बनता है जितना कि मेरा। तुसी भी अपने बच्चों को सुनाया करो। मैं तुहाडे लई सीख के आना है, तुसी अपने बच्चों लई सीखो, उन्होंने सिखाओ जिथे तक साडी पहुँच नहीं है। जिथे प्रचारक नहीं पहुँच सकते, तुसी पहुँच सकते हो। असी गलत कामां दे विच ते सारियां दे नाल हो जाने आ, बेशक भंगड़ा पाउणा होवे, बेशक पार्टी करनी होवे, खाना पीना होवे, वो काम ते सारियां नाल रल के कर लैने आ। मैं सवेरे भी आख्या सी, हुण वो सदे नहीं आंदे कि जिथे गुरमत विचारा होंदियां होवण। वो घर नहीं रहे जिथे गुरु दियां गल्लां होंदियां होवण, क्योंकि गल्लां दुनिया भी ते आंदियां ने, पर बाणी दे अर्थ ही पता कोई नहीं। मैं वो सज्जण देखे ने जो गल गल ते गुरबाणी दियां पंक्तियां सुना दिंदे सन कि इत्थे ये पंक्ति लागू होंदी है, पर हुण सानूं पंक्तियां ही याद नहीं, ते की करिए। गुरबाणी की पंक्ति तो इंज है भी मेरी जबान नहीं रही, हुण गुरु नानक की जबान हो गई है। जब तुसी गुरु नानक की उदाहरण दोगे, लोगों को ये नहीं लगेगा तुसी कह रहे हो, उन्होंने यही लगेगा भी गुरु सिख दे अंदर गुरु उतर आया है, इसकी जबानों वो बोल रहा है।
ਸੋ ਇਹਨਾਂ ਬਾਣੀ ਦੇ ਅਰਥਾਂ ਨੂੰ ਸਮਝਿਆ ਕਰੋ, ਦੂਸਰਿਆਂ ਨੂੰ ਸਮਝਾਇਆ ਕਰੋ। ਜਿੱਥੇ ਪ੍ਰਮਾਣ ਦੇਣਾ ਹੋਵੇ ਨਾ, ਤੁਸੀਂ ਆਪਣੀ ਗੁਰਬਾਣੀ ਦਾ ਪ੍ਰਮਾਣ ਦੇਣਾ, ਤੁਹਾਡੀ ਗੱਲ ਵਿੱਚ ਵਜ਼ਨ ਆ ਜਾਏਗਾ। ਪਰ ਪ੍ਰਮਾਣ ਉਸ ਪੰਕਤੀ ਦਾ ਦੇਣਾ ਜਿਸ ਦੇ ਅਰਥ ਤੁਹਾਨੂੰ ਪਤਾ ਹੋਵਣ। ਐਸਾ ਨਾ ਹੋਵੇ ਕਿ ਪੰਕਤੀ ਕੋਈ ਹੋਰ ਹੋਵੇ, ਪ੍ਰਮਾਣ ਤੁਸੀਂ ਕੋਈ ਹੋਰ ਦੇ ਰਹੇ ਹੋਵੇ, ਉਸ ਪੰਕਤੀ ਦੇ ਅਰਥ ਕੁਝ ਹੋਰ ਹੋਵਣ। ਸੋ ਸਾਹਿਬਾਂ ਦੀ ਬਾਣੀ, ਸਾਹਿਬ ਕਹਿੰਦੇ ਨੇ, ਸੋ ਡਰ ਕੇਹਾ ਜਿਤ ਡਰ ਡਰ ਪਾਏ। ਫਿਰ ਹੋਰ ਡਰ ਕਿਹੜਾ ਹੈ ਜਿਸ ਡਰ ਤੋਂ ਡਰ ਦੂਰ ਹੋ ਜਾਏ? ਕਿਉਂਕਿ ਜਾਂ ਤੇ ਦੁਨੀਆ ਤੋਂ ਡਰ ਲਈਏ ਜਾਂ ਉਸ ਪਰਮਾਤਮਾ ਤੋਂ ਡਰ ਲਈਏ। ਇੱਕ ਹੀ ਡਰ ਰਹਿ ਸਕਦਾ ਹੈ। ਪਰਮਾਤਮਾ ਦਾ ਡਰ ਅੰਦਰ ਹੋਵੇਗਾ ਤੇ ਬਾਕੀ ਡਰ ਆਪਣੇ ਆਪ ਦੂਰ ਹੋ ਜਾਣਗੇ। ਗੁਰਦੇਵ ਕਹਿੰਦੇ ਨੇ, ਤੁਧ ਬਿਨ ਦੂਜੀ ਨਾ ਹੀ ਜਾਏ। ਤੇਰੇ ਬਿਨਾਂ ਹੋਰ ਕੋਈ ਜਗ੍ਹਾ ਨਹੀਂ ਹੈ। ਅਖੀਰ ਨੂੰ ਆਉਣਾ ਤੇ ਸਾਨੂੰ ਤੇਰੇ ਕੋਲ ਹੀ ਪਵੇਗਾ। ਜਾਂ ਤੇ ਇੱਕ ਤੋਂ ਡਰ ਲਓ ਜਾਂ 36 ਖਸਮ ਬਣਾ ਲਓ ਵੀ ਇਹ ਵਾਲਾ ਬਾਬਾ, ਉਹ ਵਾਲਾ ਬੀਬੇ, ਉਹ ਵਾਲਾ ਇੱਧਰ ਪਦ, ਉਹ ਵਾਲਾ ਮਜ਼ਾਰ, ਉਹ ਵਾਲੀ ਮਣੀ, ਉਹ ਵਾਲੀ ਮਸੀਤ, ਉੱਥੇ ਚਲੇ ਜਾਈਏ। ਤੇ ਜੋ ਲੋਕ ਪਰਮਾਤਮਾ ਤੋਂ ਭੈ ਨਹੀਂ ਖਾਂਦੇ, ਇਹ ਆਖਦੇ ਨੇ ਯਾਰ ਮੈਂ ਨਹੀਂ ਜਾਂਦਾ ਗੁਰਦੁਆਰੇ, ਮੈਂ ਨਹੀਂ ਮੰਦਰ ਜਾਂਦਾ, ਮੈਂ ਨਹੀਂ ਮਸੀਤੀ ਜਾਂਦਾ। ਮੈਂ ਉਹਨਾਂ ਲੋਕਾਂ ਨੂੰ ਇੰਨਾ ਡਰਦੇ ਦੇਖਿਆ ਹੈ ਨਾ, ਜਿਹੜੇ ਆਖਦੇ ਨੇ ਯਾਰ ਮੈਨੂੰ ਕੀ ਮਤਲਬ, ਮੈਂ ਕੀ ਲੈਣਾ ਗੁਰਦੁਆਰੇ ਜਾ ਕੇ। ਉਹ ਅੰਧੇਰੇ ਤੋਂ ਡਰ ਜਾਂਦੇ ਨੇ, ਉਹ ਇਕੱਲੇ ਰਹਿਣ ਤੋਂ ਡਰ ਜਾਂਦੇ ਨੇ, ਉਹ ਆਪਣੀ ਪਰਛਾਈ ਤੋਂ ਡਰ ਜਾਂਦੇ ਨੇ, ਉਹ ਉੱਚੀ ਆਵਾਜ਼ ਤੋਂ ਡਰ ਜਾਂਦੇ ਨੇ। ਜੇਕਰ ਘਰ ਵਿੱਚ ਕੋਈ ਕਿਰਲੀ ਆ ਜਾਏ, ਕੋਕਰੋਚ ਆ ਜਾਏ, ਤੇ ਕੰਧਾਂ ਤੇ ਚੜ ਜਾਂਦੇ ਨੇ। ਇਤਨਾ ਡਰ। ਕੋਈ ਜਾਨਵਰ ਦੇਖ ਲੈਣ ਉਸ ਤੋਂ ਡਰ ਜਾਂਦੇ ਨੇ, ਕੁੱਤਾ, ਬਿੱਲੀ, ਬਾਂਦਰ, ਜਿਹਨੂੰ ਮਰਜ਼ੀ ਦੇਖ ਲੈਣ ਉਹ ਡਰ ਜਾਂਦੇ ਨੇ। ਕਹਿਣ ਨੂੰ ਉਹ ਪਰਮਾਤਮਾ ਤੋਂ ਨਹੀਂ ਡਰਦੇ। ਜਾਂ ਤੇ ਤੁਸੀਂ ਉਸ ਤੋਂ ਡਰ ਲਓ ਜਾਂ ਫਿਰ ਸਭ ਤੋਂ ਡਰਨਾ ਪਵੇਗਾ। ਕਿਸੇ ਨੂੰ ਡਾਰਕ ਫੋਬੀਆ ਹੈ, ਭਾਵ ਅੰਧੇਰੇ ਦਾ ਡਰ ਹੈ। ਕਿਸੇ ਨੂੰ ਅਲੋਨ ਫੋਬੀਆ ਹੈ, ਭਾਵ ਇਕੱਲੇ ਰਹਿਣ ਤੋਂ ਡਰਦੇ ਨੇ। ਕਿਸੇ ਨੂੰ ਫਾਇਰ ਫੋਬੀਆ ਹੈ, ਕਿਸੇ ਨੂੰ ਸ਼ੈਡੋ ਫੋਬੀਆ ਹੈ। ਅਲੱਗ-ਅਲੱਗ ਤਰੀਕੇ ਦੇ ਡਰ। ਇਹ ਡਰ ਵੱਧਦੇ ਜਾਣਗੇ। ਜੇਕਰ ਤੁਸੀਂ ਇਹਨਾਂ ਤੋਂ ਜਿਤਨਾ ਡਰੋਗੇ ਉਤਨਾ ਇਹ ਤੁਹਾਨੂੰ ਡਰਾਉਂਦੇ ਜਾਣਗੇ। ਜਦ ਤੁਸੀਂ ਉਸ ਤੋਂ ਡਰ ਲੱਗ ਪਾਓਗੇ ਨਾ, ਫਿਰ ਦੂਸਰੇ ਡਰ ਤੁਹਾਡੇ ਨੇੜੇ ਨਹੀਂ ਆਉਣਗੇ। ਸਾਹਿਬ ਕਹਿੰਦੇ ਨੇ, ਤੁਧ ਬਿਨ ਦੂਜੀ ਨਾ ਹੀ ਜਾਏ। ਹੁਣ ਜਾਏ ਦੇ ਅਰਥ ਇੱਕ ਨੇ ਚਲਾ ਜਾਵੇ, ਜਾਂਦਾ ਪਿਆ ਹੈ, ਗੋ, ਵੈਂਟ, ਗੋਨ। ਪਰ ਇੱਥੇ ਜਾਏ ਦੇ ਅਰਥ ਨੇ ਜਗ੍ਹਾ, ਪਲੇਸ। ਕਿ ਉਹ ਕਿਹੜੀ ਜਗ੍ਹਾ ਹੈ ਜਿੱਥੇ ਜਾਇਆ ਜਾਏ, ਭਾਵ ਕੋਈ ਹੋਰ ਜਗ੍ਹਾ ਨਹੀਂ ਹੈ ਤੇਰੇ ਤੋਂ ਇਲਾਵਾ ਜਿੱਥੇ ਅਸੀਂ ਚਲੇ ਜਾਈਏ। ਜੋ ਕਿਛ ਵਰਤੈ ਸਭ ਤੇਰੀ ਰਜਾਏ। ਜੋ ਕੁਝ ਵੀ ਵਰਤ ਰਿਹਾ ਹੈ, ਭਾਵ ਹੋ ਰਿਹਾ ਹੈ ਜਾਂ ਹੋਵੇਗਾ, ਸੋ ਉਹ ਸਭ ਕੁਝ ਤੇਰੀ ਮਰਜ਼ੀ ਮੁਤਾਬਿਕ ਹੀ ਹੈ। ਹੁਣ ਪਾਤਸ਼ਾਹ ਅਗਲੀ ਪੰਕਤੀ ਵਿੱਚ ਕਹਿੰਦੇ ਨੇ, ਡਰੀਏ ਜੇ ਡਰ ਹੋਵੇ ਹੋਰ। ਡਰੀਏ, ਹੋਰ ਡਰੋਗੇ। ਜੇ ਕਿਸੇ ਹੋਰ ਦਾ ਡਰ ਮਨ ਵਿੱਚ ਵਸਾ ਲਿਆ ਨਾ, ਤੁਹਾਨੂੰ ਇਹ ਵੀ ਡਰਾਏਗਾ, ਉਹ ਹੀ ਡਰਾਏਗਾ। ਉਹ ਦੇਖਦੇ ਹੋ ਲੋਕਾਂ ਕੋਲੋਂ ਕੁਝ ਲੋਕ ਹਫਤਾ ਵਸੂਲ ਕਰਦੇ ਨੇ ਬਿਨਾਂ ਗੱਲ ਤੋਂ ਹੀ। ਤੁਸੀਂ ਇੱਥੇ ਆਟੋ ਖੜਾ ਕਰਨਾ, ਤੁਹਾਨੂੰ ਪੈਸੇ ਦੇਣੇ ਪੈਣਗੇ। ਇੱਥੇ ਰੇਹੜੀ ਲਗਾਉਣੀ ਹੈ, ਪੈਸੇ ਦੇਣੇ ਪੈਣਗੇ। ਇੱਕ ਤੇ ਹੁੰਦਾ ਸਰਕਾਰੀ ਠੇਕਾ, ਦੂਸਰੀ ਹੁੰਦੀ ਹੈ ਦਾਦਾਗਿਰੀ। ਤੁਸੀਂ ਇੱਕ ਨੂੰ ਪੈਸੇ ਦਿੱਤੇ, ਦੂਸਰਾ ਵੀ ਆ ਜਾਏਗਾ, ਤੀਸਰਾ ਵੀ ਆ ਜਾਏਗਾ। ਮੈਂ ਤੇ ਬਹੁਤ ਸਾਰੇ ਗਾਜ਼ੀਆਬਾਦ, ਨੋਇਡਾ, ਦਿੱਲੀ ਦੇ ਕਈ ਇਲਾਕੇ ਐਸੇ ਦੇਖੇ ਨੇ ਜਿੱਥੋਂ ਅਗਰ ਆਟੋ ਲੰਘਾਉਣਾ ਹੈ, ਆਟੋ ਵਾਲਾ ਪੈਸੇ ਦਿੰਦਾ, ਰਿਕਸ਼ਾ ਲੰਘਾਉਣਾ ਹੈ, ਰਿਕਸ਼ੇ ਵਾਲੇ ਪੈਸੇ ਦਿੰਦਾ। ਕਿਸ ਗੱਲ ਦੇ? ਡਰ ਹੈ, ਨਹੀਂ ਤੇ ਅਸੀਂ ਚਲਾਨ ਨਹੀਂ ਦੇਣਾ। ਹੁਣ ਉਹ ਬੰਦਾ ਪਹਿਲਾਂ ਤਾਂ ਇਹਨਾਂ ਨੂੰ ਪੈਸੇ ਦੇਗਾ, ਫਿਰ ਪੁਲਿਸ ਵਾਲੇ ਨੂੰ ਪੈਸੇ ਦੇਗਾ, ਫਿਰ ਕਿਸੇ ਅਧਿਕਾਰੀ ਨੂੰ ਪੈਸੇ ਦੇਗਾ, ਫਿਰ ਵਕੀਲ ਨੂੰ, ਫਿਰ ਜੱਜ ਨੂੰ, ਫਿਰ ਕਿਸ ਨੂੰ ਪੈਸੇ ਦੇਗਾ। ਹਰ ਇੱਕ ਦਾ ਡਰ ਅੰਦਰ ਸਮਾ ਗਿਆ, ਕਿਉਂਕਿ ਕਿਤੇ ਨਾ ਕਿਤੇ ਤੁਹਾਡਾ ਡਰ ਦੂਸਰਾਂ ਦੇ ਲਈ ਤੁਹਾਡੀ ਕਮਜ਼ੋਰੀ ਬਣ ਗਿਆ। ਜੋ ਜਿਤਨਾ ਡਰਦਾ ਹੈ ਉਸ ਨੂੰ ਲੋਕ ਉਤਨਾ ਹੀ ਡਰਾਉਂਦੇ ਨੇ। ਜੋ ਡਰਨਾ ਬੰਦ ਕਰ ਦਿੰਦਾ ਹੈ ਫਿਰ ਉਸ ਨੂੰ ਕੋਈ ਡਰਾ ਨਹੀਂ ਪਾਉਂਦਾ। ਬੇਸ਼ੱਕ ਕੋਈ ਛੋਟਾ ਹੋਵੇ ਬੱਚਾ, ਕੋਈ ਕੱਦ ਵਿੱਚ ਛੋਟਾ ਹੋਵੇ, ਪਰ ਜਿਸ ਦੇ ਅੰਦਰ ਜ਼ਰੂਰਤ ਹੋਵੇ ਨਾ, ਹਿੰਮਤ ਹੋਵੇ ਕਿਸੇ ਨੂੰ ਜਵਾਬ ਦੇਣ ਦੀ, ਕਿਸੇ ਦੇ ਨਾਲ ਗੱਲ ਕਰਨ ਦੀ, ਉਸ ਦੇ ਨਾਲ ਲੋਕੀ ਜ਼ਿਆਦਾ ਮੂੰਹ ਨਹੀਂ ਲੱਗਦੇ, ਕਿਉਂਕਿ ਇਹ ਜਵਾਬ ਦੇ ਦਿੰਦਾ ਹੈ। ਜਿਤਨਾ ਤੁਸੀਂ ਕਿਸੇ ਦੀ ਗੱਲ ਨੂੰ ਸਹਿੰਦੇ ਜਾਓਗੇ ਉਤਨਾ ਤੁਹਾਡੇ ਉੱਤੇ ਹਾਵੀ ਹੁੰਦਾ ਜਾਏਗਾ। ਜਿਸ ਦਿਨ ਤੋਂ ਤੁਸੀਂ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਨਾ, ਉਸ ਦਿਨ ਤੋਂ ਤੁਹਾਨੂੰ ਕੋਈ ਨਹੀਂ ਡਰਾਵੇਗਾ। ਮੈਂ ਨਾਨਕਸਰ ਰਹਿੰਦਾ ਸੀ, ਜਦ ਮੈਂ ਗਿਆ ਸੀ, ਮੈਂ ਭਾਰ ਤੋਲਿਆ ਸੀ, ਮੇਰਾ ਭਾਰ ਸੀ 43 ਕਿਲੋ।
ਹੌਲਾ ਜਿਹਾ ਹੁੰਦਾ ਸੀ, 13-14 ਸਾਲ ਦਾ ਹੁੰਦਾ ਸੀ, ਅਤੇ ਜੋ ਵੀ ਆਉਂਦਾ ਸੀ ਡਰਾ ਦਿੰਦਾ ਸੀ। ਕਦੇ ਉਹਨੇ ਥੱਪੜ ਮਾਰ ਦੇਣਾ, ਕਦੇ ਉਹਨੇ ਥੱਪੜ ਮਾਰ ਦੇਣਾ ਵੀ ਡਿਊਟੀ 'ਤੇ ਕਿਉਂ ਨਹੀਂ ਪਹੁੰਚਿਆ, ਇਹ ਨਹੀਂ ਕਰਿਆ, ਉਹ ਨਹੀਂ ਕਰਿਆ, ਮੇਰੇ ਕੱਪੜੇ ਕਿਉਂ ਨਹੀਂ ਧੋਤੇ, ਮੇਰਾ ਕਮਰਾ ਕਿਉਂ ਨਹੀਂ ਝਾੜਿਆ, ਮੇਰੇ ਕਮਰੇ ਦੇ ਅੱਗੇ ਦਰਵਾਜ਼ੇ 'ਤੇ ਸਾਫ਼ ਨਹੀਂ ਕੀਤਾ। ਉੱਥੇ ਸਭ ਕੁਝ ਕਰਨਾ ਪੈਂਦਾ। ਪਰ ਫਿਰ ਉਹ ਨਾਨਕਸਰ ਸੀ, ਇੱਕ ਚੀਜ਼ ਉੱਥੇ ਮਿਲਦੀ ਹੈ ਵੀ ਖੁੱਲ੍ਹਾ ਖਾਣ ਨੂੰ ਮਿਲਦਾ। ਮੈਨੂੰ ਯਾਦ ਹੈ ਵੀ 9 ਮਹੀਨੇ ਗੁਜ਼ਰੇ ਅਤੇ ਮੇਰਾ ਭਾਰ 64 ਕਿਲੋ ਹੋ ਗਿਆ, 43 ਤੋਂ 64 ਕਿਲੋ ਹੋ ਗਿਆ, 21 ਕਿਲੋ ਭਾਰ ਵੱਧ ਗਿਆ। ਹੁਣ ਮੈਂ ਵੱਡਾ ਹੋ ਗਿਆ। ਹੁਣ ਮੈਂ ਕਿਹਾ ਵੀ ਹੁਣ ਡਰਾਓ ਤੁਸੀਂ। ਉਸ ਦਿਨ ਤੋਂ ਬਾਅਦ ਫਿਰ ਕੋਈ ਡਰਾਉਂਦਾ ਨਹੀਂ। ਮੈਨੂੰ ਯਾਦ ਹੈ ਕਿ ਯਾਰ ਕਿਉਂ ਡਰਾਂ ਮੈਂ ਇਹਨਾਂ ਤੋਂ। ਹਾਂ, ਇੱਕ ਡਰ ਹੁੰਦਾ ਸੀ ਵੀ ਕੋਈ ਮੈਨੂੰ ਕੁੱਟੇਗਾ, ਮਾਰੇਗਾ, ਪਰ 9 ਮਹੀਨਿਆਂ 'ਚ ਮੈਨੂੰ ਪਤਾ ਮੈਂ ਉੱਥੇ ਸੀਨੀਅਰ ਬਣ ਗਿਆ ਸੀ, ਉੱਥੇ ਕੋਈ ਨਹੀਂ ਸੀ ਬੋਲਦਾ। ਜਿਤਨਾ ਡਰਿਆ ਉਹਨਾਂ ਨੇ ਡਰਾਇਆ, ਪਰ ਜਿਸ ਦਿਨ ਤੋਂ ਡਰਨਾ ਬੰਦ ਕਰ ਦਿੱਤਾ, ਉਸ ਦਿਨ ਤੋਂ ਲੈ ਕੇ ਮੈਂ 18 ਸਾਲ ਨਾਨਕਸਰ ਰਹਿ ਕੇ ਆਇਆ, ਫਿਰ ਕਿਸੇ ਨੇ ਨਹੀਂ ਡਰਾਇਆ। ਨਹੀਂ ਤਾਂ ਹਰ ਇੱਕ ਕੋਈ ਡਰਾ ਦਿੰਦਾ ਸੀ ਆ ਕੇ, ਕਿਉਂਕਿ ਉੱਥੇ ਜਾ ਕੇ ਪਹਿਲੀ ਗੱਲ ਤਾਂ ਪੰਜਾਬੀ ਨਹੀਂ ਸੀ ਬੋਲਣੀ ਆਉਂਦੀ, ਨਾ ਸਮਝ ਆਉਂਦੀ ਸੀ, ਨਾ ਲਿਖਣੀ ਪੜ੍ਹਨੀ, ਤਾਂ ਬੜੇ ਦੂਰ ਦੀ ਗੱਲ ਹੈ। ਪਰ ਜਿਉਂ-ਜਿਉਂ ਸਭ ਕੁਝ ਆਉਂਦਾ ਗਿਆ, ਤਿਉਂ-ਤਿਉਂ ਅੰਦਰੋਂ ਡਰ ਦੂਰ ਹੁੰਦਾ ਗਿਆ। ਮਨ ਅੰਦਰ ਇੱਕ ਚੀਜ਼ ਸਮਾ ਗਈ, ਜੇ ਡਰਨਾ ਹੈ ਤਾਂ ਜਿਹੜਾ ਸੱਚਖੰਡ ਬੈਠਾ ਹੈ ਤੋਂ ਡਰਨਾ ਹੈ, ਬਾਕੀ ਕਿਸੇ ਤੋਂ ਨਹੀਂ ਡਰਨਾ। ਅੱਜ ਵੀ ਉਹ ਲੱਗਦਾ ਕਿ ਡਰਾਉਣ ਵਾਲਾ ਤਾਂ ਇਹੀ ਹੈ, ਬਸ ਇਸ ਤੋਂ ਇਲਾਵਾ ਆਪਾਂ ਕਿਸੇ ਤੋਂ ਨਹੀਂ ਡਰਦੇ। ਕਿਉਂਕਿ ਉਹ ਪੰਗਤੀ ਨਾ ਗਲਤੀ ਨਾਲ ਸਮਝ ਆ ਗਈ ਸੀ। ਹਰ ਮਹੀਨੇ ਨੂੰ ਪੂਰਨਮਾਸ਼ੀ 'ਤੇ ਭੋਗ ਪੈਂਦਾ ਸੀ, ਅਤੇ ਮੈਂ ਸੁਣਦਾ ਸੀ, ਭੈ ਕਾਹੂ ਕੋ ਦੇਤ ਨਹਿ ਪਹਿਮਾਨਤ ਆਨ, ਕਹੋ ਨਾਨਕ ਸੁਣ ਰਹੇ ਮਨਾ ਗਿਆਨੀ ਤਾਹੇ ਬਖਾਨ। ਆਪਾਂ ਨੂੰ ਅਸੀਂ ਆਪਾਂ ਤੇ ਗਿਆਨੀ ਬਣਨਾ, ਅਤੇ ਗਿਆਨੀ ਕੌਣ ਬਣਦਾ? ਜਿਹੜਾ ਨਾ ਤੇ ਡਰਦਾ ਨਾ ਡਰਾਉਂਦਾ। ਕਿਉਂਕਿ ਮੈਨੂੰ ਸ਼ੌਂਕ ਹੁੰਦਾ ਸੀ ਕਿ ਗੁਰਬਾਣੀ ਦੀਆਂ ਜੋ ਪੰਗਤੀਆਂ ਮੇਰੇ ਕੰਨੀ ਪੈ ਗਈਆਂ, ਉੱਥੇ ਲਾਇਬ੍ਰੇਰੀ ਹੈ, ਅੱਜ ਵੀ ਹੈ, ਮੈਂ ਉੱਥੇ ਜਾ ਕੇ ਉਸ ਦੇ ਅਰਥ ਪੜ੍ਹਿਆ ਕਰਦਾ ਸੀ। ਉਦੋਂ ਫੋਨ ਨਹੀਂ ਸੀ ਹੋਇਆ ਕਰਦੇ। ਉਹਨਾਂ ਪੰਗਤੀਆਂ ਦੇ ਅਰਥਾਂ ਨੇ ਮਨ ਨੂੰ ਇਤਨਾ ਸਕੂਨ ਦਿੱਤਾ, ਅੰਦਰੋਂ ਉਹ ਡਰ ਜੋ ਸੀ, ਜੋ ਡਰਾਉਣ ਵਾਲਾ ਸੀ, ਉਹ ਖਤਮ ਕਰ ਦਿੱਤਾ। ਇਹ ਪੰਗਤੀਆਂ ਦੇ ਅਰਥ ਤੁਹਾਨੂੰ ਨਿਰਭੈ ਕਰ ਦਿੰਦੇ ਨੇ, ਤੁਹਾਡੇ ਅੰਦਰੋਂ ਡਰ ਕੱਢ ਦਿੰਦੇ ਨੇ, ਤੁਹਾਨੂੰ ਜੀਣਾ ਸਿਖਾ ਦਿੰਦੇ ਨੇ। ਜੋ ਬਹੁਤਾ ਡਰਦਾ ਹੈ ਨਾ ਪਿਆਰਿਓ, ਉਹ ਜੀਣ ਦਾ ਸਵਾਦ ਵੀ ਨਹੀਂ ਲੈ ਸਕਦਾ। ਕਿਸੇ ਨੇ, ਅਸੀਂ ਉੱਥੇ ਨਾਨਕਸਰ ਰਹਿੰਦੇ ਸੀ, ਤਕਰੀਬਨ ਇਸ ਤੋਂ ਨਾ 2-3 ਮੰਜ਼ਿਲਾ ਹੋਰ ਉੱਪਰ ਹੈ, ਸਰੋਵਰ ਦੇ ਉੱਪਰ ਬਿਲਡਿੰਗ ਹੈ। ਅਸੀਂ ਉੱਪਰੋਂ ਛਾਲ ਮਾਰਿਆ ਕਰਦੇ ਸਰੋਵਰ ਦੇ ਵਿੱਚ, 4 ਮੰਜ਼ਿਲ ਤੋਂ ਉੱਪਰ ਛਾਲ ਮਾਰਨੀ, ਅਤੇ ਥੱਲੇ ਜਾ ਕੇ ਜੋ ਸਕੂਨ ਮਿਲਦਾ ਸੀ। ਹੋਰ ਵੀ ਬਹੁਤ ਸਾਰੇ ਲੋਕ ਸਨ, ਪਰ ਕਿਸੇ ਦੇ ਅੰਦਰ ਇਤਨੀ ਜ਼ਰੂਰਤ ਨਹੀਂ ਆਈ ਕਿ ਉੱਥੇ ਛਾਲ ਮਾਰ ਸਕਣ। ਹਾਂ, ਇਹ ਗਲਤ ਹੈ, ਨਹੀਂ ਕਰਨਾ ਚਾਹੀਦਾ, ਪਰ ਇੱਕ ਲੱਗਦਾ ਸੀ ਯਾਰ ਜੋ ਡਰ ਅੰਦਰ ਹੈ ਨਾ, ਉਸ ਨੂੰ ਕੱਢ ਦਈਏ। ਜਦ ਤੱਕ ਡਰ ਮੌਜੂਦ ਹੈ ਤੁਸੀਂ ਨਹੀਂ ਕੁਝ ਕਰ ਪਾਓਗੇ, ਕਿਸੇ ਚੀਜ਼ ਦੇ ਨੇੜੇ ਨਹੀਂ ਤੁਸੀਂ ਜਾਓਗੇ। ਤੁਹਾਨੂੰ ਛੋਟੇ ਛੋਟੇ ਕੀਟ ਪਤੰਗਿਆਂ ਤੋਂ ਡਰ ਲੱਗੇਗਾ, ਕੁੱਤਿਆਂ ਤੋਂ, ਬਿੱਲੀਆਂ ਤੋਂ, ਬਾਂਦਰਾਂ ਤੋਂ ਡਰ ਲੱਗੇਗਾ। ਜਿਸ ਦਿਨ ਇਹ ਡਰ ਨਿਕਲ ਗਿਆ ਨਾ, ਤੁਸੀਂ ਕਦੇ ਜਾ ਕੇ ਉਹਨਾਂ ਨੂੰ ਛੂਹ ਕੇ ਦੇਖਣਾ, ਉਸ ਦਿਨ ਉਹ ਸਕੂਨ ਮਿਲੇਗਾ। ਜਦ ਤੱਕ ਡਰ ਹੈ ਤੁਸੀਂ ਡਰਦੇ ਰਹੋਗੇ। ਤੁਸੀਂ ਮਹਿਸੂਸ ਨਹੀਂ ਕਰ ਸਕਦੇ ਉਹ ਛੋਟੇ ਛੋਟੇ ਜਾਨਵਰ ਜੋ ਤੁਹਾਡੀ ਗੋਦੀ ਵਿੱਚ ਆ ਕੇ ਬੈਠਦੇ ਨੇ, ਕੈਸਾ ਸਕੂਨ ਮਿਲਦਾ ਹੈ। ਉਹਨਾਂ ਨੂੰ ਪਿਆਰ ਕਰੀਏ ਤਾਂ ਕੈਸਾ ਸਕੂਨ ਮਿਲੇ। ਜਦ ਤੱਕ ਤੁਸੀਂ ਡਰਦੇ ਰਹੋਗੇ ਯਾਰ ਕੱਟ ਨਾ ਲੈਣ, ਕੁਝ ਸੱਟ ਨਾ ਮਾਰ ਦੇਣ, ਤੁਸੀਂ ਨਹੀਂ, ਉਹ ਅਹਿਸਾਸ ਨਹੀਂ ਤੁਸੀਂ ਕਰ ਸਕਦੇ ਕਿ ਉਹਨਾਂ ਨੂੰ ਗੋਦੀ ਵਿੱਚ ਚੱਕਿਆਂ ਕੀ ਸਕੂਨ ਮਿਲਦਾ ਹੈ, ਉਹਨਾਂ ਨੂੰ ਚੁੰਮਦਿਆਂ ਕੀ ਸਕੂਨ ਮਿਲਦਾ ਹੈ, ਉਹਨਾਂ ਦੇ ਨਾਲ ਖੇਡਦਿਆਂ ਕੀ ਸਕੂਨ ਮਿਲਦਾ ਹੈ। ਡਰ ਤੋਂ ਅੱਗੇ ਜਾ ਕੇ ਹੀ ਤੇ ਜ਼ਿੰਦਗੀ ਦਾ ਸਵਾਦ ਹੈ। ਡਰ ਗਏ ਤੇ ਲੋਕ ਹੋਰ ਡਰਾਣਗੇ। ਜਦ ਇਸ ਡਰ ਤੋਂ ਪਾਰ ਚਲੇ ਗਏ ਨਾ ਪਿਆਰਿਓ, ਉਹ ਜ਼ਿੰਦਗੀ ਦਾ ਨਜ਼ਾਰਾ ਉਹੀ ਹੈ। ਸਾਹਿਬ ਕਹਿੰਦੇ ਨੇ ਜਾਤੀ ਇਸ ਤੋਂ ਡਰ ਲੋ ਜਾਂ ਉਸ ਤੋਂ, ਡਰੀਏ ਜੇ ਡਰ ਹੋਵੇ ਹੋਰ, ਜਿਤਨਾ ਡਰੋਗੇ ਲੋਕ ਹੋਰ ਡਰਾਉਣਗੇ। ਜਿਸ ਦਿਨ ਇਸ ਤੋਂ ਅੱਗੇ ਚਲੇ ਗਏ, ਸਾਹਿਬ ਕਹਿੰਦੇ ਨੇ ਡਰ ਡਰ ਡਰਨਾ ਮਨ ਕਾ ਸ਼ੋਰ। ਇਸ ਤੋਂ ਵੀ ਡਰ ਜਾ, ਉਸ ਤੋਂ ਵੀ ਡਰ ਜਾ, ਇਹ ਨਾ ਹੋ ਜਾਏ, ਉਹ ਨਾ ਹੋ ਜਾਏ। ਮਨ ਕਿਸੇ ਵੀ ਚੀਜ਼ ਨੂੰ ਦੇਖਦਿਆਂ ਤੁਹਾਡੇ ਅੰਦਰ ਡਰ ਪੈਦਾ ਕਰ ਦੇਗਾ, ਯਾਰ ਅੱਗੇ ਜਾਏਗਾ ਕਿਤੇ ਇਹ ਨਾ ਹੋ ਜਾਏ। ਤੁਸੀਂ ਅਣਜਾਣ ਬੰਦੇ ਤੇ ਭਰੋਸਾ ਕਰੋਗੇ, ਤੁਹਾਨੂੰ ਲੱਗੇਗਾ ਯਾਰ ਪਤਾ ਨਹੀਂ ਇਹ ਕੀ ਕਰਦੇ। ਪਰ ਮੈਂ ਜਿਤਨਾ ਇਸ ਲਾਈਫ ਵਿੱਚ ਵਰਤਿਆ, ਕਿਸੇ ਤੇ ਭਰੋਸਾ ਕਰ ਲਓ, ਕਿਸੇ ਤੇ ਵੀ, ਉਹ ਇੱਕ ਵੱਖਰਾ ਸਕੂਨ ਹੈ। ਸਫ਼ਰ ਵਿੱਚ ਤੁਸੀਂ ਕਿਸੇ ਦੇ ਉੱਤੇ ਭਰੋਸਾ ਨਹੀਂ ਕਰੋਗੇ, ਤੁਸੀਂ ਚੱਲ ਨਹੀਂ ਸਕਦੇ। ਜੇਕਰ ਤੁਹਾਡੇ ਅੰਦਰ ਡਰ ਹੈ ਨਾ, ਯਾਰ ਮੇਰਾ ਸਮਾਨ ਨਾ ਲੁੱਟ ਜਾਏ, ਮੇਰਾ ਇਹ ਨਾ ਹੋ ਜਾਏ, ਮੈਨੂੰ ਉਹ ਨਾ ਹੋ ਜਾਏ, ਤੁਸੀਂ ਸਫ਼ਰ ਦਾ ਆਨੰਦ ਨਹੀਂ ਲੈ ਸਕਦੇ। ਤੁਸੀਂ ਤਾਂ ਡਰਦੇ ਹੀ ਰਹੋਗੇ ਨਾ। ਉਹ ਬਾਹਰ ਖੁੱਲੀ ਖਿੜਕੀ ਤੇ ਜੋ ਪੇੜ ਨਜ਼ਰ ਆ ਰਹੇ ਨੇ, ਉਹ ਬੱਦਲ ਨਜ਼ਰ ਆ ਰਿਹਾ ਹੈ, ਉਹ ਨਦੀਆਂ, ਉਹ ਪੁੱਲ ਤੋਂ ਜਦੋਂ ਟ੍ਰੇਨ ਕ੍ਰੋਸ ਕਰਦੀ, ਉਹ ਸਕੂਨ, ਉਹ ਸ਼ਾਂਤੀ ਲੈਣ ਵਾਸਤੇ ਤੁਹਾਨੂੰ ਡਰ ਦੂਰ ਕਰਨਾ ਪੈਣਾ। ਜਿਨ੍ਹਾਂ ਦੇ ਅੰਦਰ ਡਰ ਹੈ ਨਾ ਪਿਆਰਿਓ,
ਉਹ ਕਿਤੇ ਵੀ ਜਾਣ ਉਹ ਡਰਦੇ ਹੀ ਰਹਿਣਗੇ। ਉਹ ਕਿਸੇ ਵੀ ਚੀਜ਼ ਨੂੰ ਇੰਜੋਏ ਨਹੀਂ ਕਰ ਸਕਦੇ। ਕਿਸੇ ਵੀ ਚੀਜ਼ ਨੂੰ ਮਹਿਸੂਸ ਕਰਨ ਦੇ ਲਈ ਡਰ ਤੋਂ ਪਾਰ ਜਾਣਾ ਜ਼ਰੂਰੀ ਹੈ। ਜਦ ਤੱਕ ਡਰੋਗੇ, ਕੁਝ ਲੋਕ ਦੇਖੇ ਨੇ, ਉਹਨਾਂ ਨੂੰ ਕਹੋ ਰਾਜਸਥਾਨ ਜਾਣਗੇ ਵੀ ਊਂਠ ਤੇ ਬਹਿ ਜਾਓ, ਨਹੀਂ ਮੈਂ ਤੇ ਗਿਰ ਜਾਵਾਂਗਾ, ਮੈਂ ਤੇ ਡਰ ਜਾਵਾਂਗਾ, ਮੈਨੂੰ ਇਹ ਹੋ ਜਾਏਗਾ, ਮੈਨੂੰ ਉਹ ਹੋ ਜਾਏਗਾ। ਵੀ ਤੁਸੀਂ ਉੱਥੇ ਗਏ ਹੋ, ਉੱਥੋਂ ਦੀ ਸਭ ਤੋਂ ਚੰਗੀ ਚੀਜ਼ ਜੇਕਰ ਤੁਸੀਂ ਨਹੀਂ ਦੇਖੀ, ਤੁਸੀਂ ਉਹਨਾਂ ਕਿਲਿਆਂ ਦੀ ਦੀਵਾਰ ਤੇ ਕਿਨਾਰੇ ਤੇ ਜਾ ਕੇ ਨਹੀਂ ਦੇਖਿਆ ਤੇ ਕੀ ਦੇਖਿਆ? ਉਹ ਦੇਖਿਆ ਡਰ ਦਾ ਇੱਕ ਆਪਣਾ ਰੋਮਾਂਚ ਹੈ, ਡਰ ਤੋਂ ਪਾਰ ਜਾਣ ਦਾ ਥ੍ਰਿਲ ਜਿਸ ਨੂੰ ਕਹਿੰਦੇ ਨੇ ਨਾ, ਰੋਮਾਂਚ ਜਿਸ ਨੂੰ ਕਹਿੰਦੇ ਨੇ, ਉਹ ਡਰ ਤੋਂ ਪਾਰ ਜਾਣ ਵਿੱਚ ਹੈ। ਜੇਕਰ ਇਹ ਸੋਚ ਲੈ ਯਾਰ ਅੱਗੇ ਕੀ ਹੋਏਗਾ, ਮੈਂ ਨਹੀਂ ਕਰਨਾ, ਫਿਰ ਤੇ ਗੱਲ ਖਤਮ ਹੋ ਗਈ, ਫਿਰ ਤੇ ਘਰ ਵਿੱਚ ਬੈਠਾ ਰਹਿ, ਫਿਰ ਬਾਹਰ ਜਾਣ ਦੀ ਲੋੜ ਕੀ ਹੈ ਤੈਨੂੰ? ਬਾਹਰ ਗਏ ਤੇ ਥੋੜਾ ਡਰ ਤੋਂ ਪਾਰ ਜਾ। ਜਦ ਡਰ ਤੋਂ ਪਾਰ ਜਾਏਗਾ ਨਾ, ਉਹ ਪਲ ਚੇਤੇ ਰਹਿੰਦੇ ਨੇ। ਮੈਂ ਜਿਤਨੀਆਂ ਗਲਤੀਆਂ ਕੀਤੀਆਂ ਨੇ, ਜਿਤਨੀਆਂ ਬੇਵਕੂਫੀਆਂ ਕੀਤੀਆਂ ਨੇ, ਅੱਜ ਉਹਨਾਂ ਨੂੰ ਚੇਤੇ ਕਰਕੇ ਖੁਸ਼ੀ ਮਿਲਦੀ। ਯਾਰ ਜੇ ਉਹ ਨਾ ਕਰਦੇ ਤਾਂ ਅੱਗੇ ਦਾ ਕਿਵੇਂ ਪਤਾ ਹੁੰਦਾ? ਅਗਰ ਐਸੇ ਕੰਮ ਨਾ ਕੀਤੇ ਹੁੰਦੇ, ਪਹਾੜ ਤੇ ਹੇਮਕੁੰਟ ਸਾਹਿਬ ਜਾਣਾ, ਲੋਕ ਇਸ ਰਸਤੇ ਤੋਂ ਆਉਂਦੇ ਸੀ ਉਤਰ ਕੇ, ਅਸੀਂ ਉੱਪਰੋਂ ਛਾਲ ਮਾਰਦੇ ਸੀ ਕਿ ਕੀ ਸ਼ਾਰਟਕਟ ਮਾਰ ਲਈਏ। ਉਹ ਰਿੜ ਕੇ ਥੱਲੇ ਆਉਣਾ, ਕੱਪੜੇ ਪਾੜਦੇ ਨੇ, ਬੂਟ ਪਾੜਦੇ ਨੇ, ਪਰ ਉਸਦੇ ਵਿੱਚ ਬੜਾ ਸਵਾਦ ਆਉਂਦਾ ਸੀ ਐਸੇ ਜਿਹੇ ਪੁੱਠੇ ਕੰਮ ਕਰਨ ਦਾ। ਲੋਕ ਜਾਂਦੇ ਸੀ ਵੀ ਅੱਗੇ ਘੁੰਮ ਕੇ ਚੱਲੇ ਜੀ, ਅਸੀਂ ਨਦੀ ਦੇ ਕਿਨਾਰੇ ਚੱਲਦੇ ਸੀ, ਫਿਰ ਉੱਪਰੋਂ ਚੜ੍ਹਨਾ। ਮਤਲਬ ਐਸੇ ਜੋ ਕੰਮ ਨੇ ਨਾ, ਇਹਨਾਂ ਦੇ ਲਈ ਤੁਹਾਡੇ ਅੰਦਰੋਂ ਡਰ ਨਿਕਲਣਾ ਜ਼ਰੂਰੀ ਹੈ। ਜਦ ਤੱਕ ਡਰ ਅੰਦਰ ਮੌਜੂਦ ਹੈ, ਤੁਸੀਂ ਨਾ ਤੇ ਮੱਥਾ ਹੀ ਟੇਕ ਸਕੋਗੇ, ਨਾ ਸਵਾਦ ਲੈ ਸਕੋਗੇ, ਨਾ ਸਕੂਨ ਲੈ ਸਕੋਗੇ। ਜਿਤਨੇ ਕੰਮ ਤੁਸੀਂ ਡਰ ਤੋਂ ਪਾਰ ਜਾ ਕੇ ਕਰੋਗੇ ਨਾ, ਜ਼ਿੰਦਗੀ ਵਿੱਚ ਤੁਹਾਨੂੰ ਉਹੀ ਚੇਤੇ ਰਹਿਣਗੇ। ਜਿਤਨੇ ਕੰਮ ਤੁਸੀਂ ਡਰ ਵਿੱਚ ਰਹਿ ਕੇ ਕਰੋਗੇ, ਤੁਹਾਡੀ ਜ਼ਿੰਦਗੀ ਨੂੰ ਦਬਾ ਦੇਣਗੇ। ਜ਼ਿੰਦਗੀ ਮੁਰਝਾਈ ਰਹੇਗੀ, ਘੁਮਲਾਈ ਰਹੇਗੀ ਜਦ ਤੱਕ ਤੁਸੀਂ ਡਰਦੇ ਰਹੋਗੇ। ਗੁਰਦੇਵ ਕਹਿੰਦੇ ਨੇ, ਇੱਕ ਗੱਲ ਸਮਝ ਲਓ ਤਾਂ ਡਰ ਦੂਰ ਹੋਵੇਗਾ, ਨਾ ਜੀਓ ਮਰੈ ਨਾ ਡੂਬੈ ਤਰੈ। ਨਾ ਤੇ ਤੇਰੇ ਅੰਦਰ ਵਾਲਾ ਜੋ ਜੀਵ ਹੈ, ਉਹ ਨਾ ਉਹ ਮਰਦਾ ਹੈ, ਨਾ ਉਹ ਡੁੱਬਦਾ ਹੈ, ਨਾ ਹੀ ਉਹ ਪਾਰ ਉਤਰਦਾ ਹੈ। ਫਿਰ ਮਹਾਰਾਜ ਕੀ ਹੁੰਦਾ ਹੈ? ਜਿਨ ਕਿਛ ਕੀਆ ਸੋ ਕਿਛ ਕਰੈ। ਜਿਸਨੇ ਸਭ ਕੁਝ ਬਣਾਇਆ ਹੈ ਨਾ, ਹੋਵੇਗਾ ਸਭ ਕੁਝ ਉਸ ਦੀ ਮਰਜ਼ੀ ਨਾਲ ਹੀ। ਤੁਸੀਂ ਸੋਚੋ ਯਾਰ ਇਹ ਤਾਂ ਨਹੀਂ ਹੋ ਜਾਏਗਾ, ਉਹ ਨਹੀਂ ਹੋ ਜਾਏਗਾ, ਨਹੀਂ। ਆਪਣੇ ਜੀਵਨ ਦੀਆਂ ਵਾਂਗਾਂ ਉਸ ਨੂੰ ਸੌਂਪ ਦਿਓ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ। ਆਪਣੇ ਨੱਕ ਵਿੱਚ ਜਿਹੜੀ ਨੱਥ ਹੈ ਨਾ, ਉਸ ਮਾਲਕ ਦੇ ਹੱਥ ਵਿੱਚ ਸੌਂਪ ਦਿਓ। ਦਾਤਿਆ ਹੁਣ ਦੇ ਜੋ ਹੁੰਦਾ, ਹੁਣ ਤੂੰ ਰੱਖਾ ਹੈ ਮੇਰਾ। ਪਰ ਐਸੇ ਉਹਨੂੰ ਸਮਝ ਲੈਣਾ, ਬੇਪਰਵਾਹ ਹੋਣਾ, ਲਾਪਰਵਾਹ ਹੋਣਾ। ਬੇਪਰਵਾਹ ਉਸ ਪਰਮਾਤਮਾ ਤੋਂ ਇਲਾਵਾ ਕੋਈ ਹੋਰ ਡਰ ਨਹੀਂ, ਲਾਪਰਵਾਹ ਉਸ ਪਰਮਾਤਮਾ ਦਾ ਵੀ ਡਰ ਨਹੀਂ। ਆਪਾਂ ਬੇਪਰਵਾਹ ਹੋਣਾ ਹੈ, ਲਾਪਰਵਾਹ ਨਹੀਂ। ਉਸ ਦਾ ਡਰ ਜ਼ਰੂਰ ਰੱਖਣਾ ਮਨ ਅੰਦਰ, ਤਾਂ ਹੀ ਉਹ ਰੱਖਿਆ ਕਰੇਗਾ, ਤਾਂ ਹੀ ਉਸ ਦੇ ਮੁਤਾਬਿਕ ਸਭ ਕੁਝ ਹੋਵੇਗਾ। ਸੋ ਪਰਮਾਤਮਾ ਤੋਂ ਤੇ ਡਰਨਾ ਹੈ, ਹੋਰ ਕਿਸੇ ਤੋਂ ਨਹੀਂ। ਸਾਹਿਬ ਕਹਿੰਦੇ ਨੇ ਸਭ ਕੁਝ ਉਸ ਦੀ ਮਰਜ਼ੀ ਮੁਤਾਬਿਕ ਹੀ ਹੋਵੇਗਾ, ਕਿਉਂਕਿ ਹੁਕਮੇ ਆਵੇ ਹੁਕਮੇ ਜਾਏ। ਜਦ ਉਸ ਦਾ ਹੁਕਮ ਹੋਵੇਗਾ ਤਾਂ ਤੂੰ ਇਸ ਦੁਨੀਆ ਵਿੱਚ ਆਵੇਂਗਾ, ਜਦ ਉਸ ਦਾ ਹੁਕਮ ਹੋਵੇਗਾ ਤੂੰ ਇਸ ਦੁਨੀਆ ਤੋਂ ਜਾਵੇਂਗਾ। ਅੱਗੇ ਪਾਛੇ ਹੁਕਮ ਸਮਾਏ। ਤੇਰੀ ਜ਼ਿੰਦਗੀ ਤੋਂ ਪਹਿਲਾਂ ਵੀ ਉਸ ਦਾ ਹੁਕਮ ਚੱਲਦਾ ਸੀ, ਤੇਰੀ ਜ਼ਿੰਦਗੀ ਤੋਂ ਬਾਅਦ ਵੀ ਉਸ ਦਾ ਹੁਕਮ ਚੱਲਦਾ ਸੀ। ਨਾ ਤੇਰੇ ਆਉਣ ਤੋਂ ਕੁਝ ਵਧਿਆ ਹੈ, ਨਾ ਤੇਰੇ ਜਾਣ ਤੋਂ ਕੁਝ ਘਟੇਗਾ। ਜੇਕਰ ਤੈਨੂੰ ਲੱਗਦਾ ਹੈ ਕਿ ਤੇਰੇ ਬਿਨਾਂ ਇਹ ਦੁਨੀਆ ਨਹੀਂ ਚੱਲ ਸਕਦੀ, ਤੇਰੇ ਬਿਨਾਂ ਇਹ ਦੁਨੀਆ ਰੁਕ ਜਾਏਗੀ, ਤੇ ਇਸ ਗੱਲ ਤੋਂ ਉੱਪਰ ਉੱਠ। ਸਾਹਿਬ ਕਹਿੰਦੇ ਨੇ, ਹੰਸ ਹੇਤ ਆਸਾ ਅਸਮਾਨ। ਹੰਸ ਹਿੰਸਾ, ਦੂਸਰਿਆਂ ਨੂੰ ਮਾਰਨ ਦੀ ਪ੍ਰਵਰਤੀ। ਹੇਤ ਲੋਭ, ਦੂਸਰਿਆਂ ਦਾ ਖੋਣ ਦੀ ਪ੍ਰਵਰਤੀ। ਆਸਾ ਉਮੀਦਾਂ ਬਹੁਤ ਜ਼ਿਆਦਾ ਨੇ, ਕਿਤਨੀਆਂ ਆਸਮਾਨ ਤੋਂ ਵੀ ਉੱਚੀਆਂ ਨੇ। ਇਤਨੀਆਂ ਉਮੀਦਾਂ ਨੇ ਕਿ ਸਭ ਕੁਝ ਮੇਰਾ ਹੋ ਜਾਏ। ਆਸਮਾਨਾਂ ਨਾਲੋਂ ਜ਼ਿਆਦਾ ਉਮੀਦਾਂ ਉੱਚੀਆਂ ਲਈ ਬੈਠਾ ਹੈ। ਪਾਤਸ਼ਾਹ ਕਹਿੰਦੇ ਨੇ, ਤਿਸ ਵਿੱਚ ਭੂਖ ਬਹੁਤ ਨੈ ਸ਼ਾਨ। ਉਸ ਵਿੱਚ ਭੁੱਖ ਇਤਨੀ ਹੈ, ਕਿਤਨੀ ਨੈ ਸ਼ਾਨ। ਨੈ ਤੋਂ ਭਾਵ ਨਦੀਆਂ, ਸ਼ਾਨ ਵਰ ਭਾਵ ਉਹਨਾਂ ਦੇ ਵਰਗੀਆਂ। ਨਦੀਆਂ ਜਿਤਨੀ ਤੇ ਭੁੱਖ ਲਈ ਬੈਠਾ ਹੈ। ਜਿਉਂ-ਜਿਉਂ ਨਦੀਆਂ ਵਿੱਚ ਗਲੇਸ਼ੀਅਰਾਂ ਦਾ ਪਾਣੀ ਆਉਂਦਾ ਜਾਂਦਾ, ਬਦਲਾਂ ਦਾ ਪਾਣੀ ਆਉਂਦਾ ਜਾਂਦਾ, ਤਿਉਂ-ਤਿਉਂ ਨਦੀਆਂ ਵੱਧਦੇ ਜਾਂਦੀਆਂ ਨੇ, ਪਰ ਉਹਨਾਂ ਦੀ ਭੁੱਖ ਨਹੀਂ ਮਿਟਦੀ। ਇਸੇ ਤਰ੍ਹਾਂ ਮਨੁੱਖ ਨੂੰ ਜਿਤਨੀਆਂ ਮਰਜ਼ੀਆਂ ਵਸਤੂਆਂ ਮਿਲ ਜਾਣ, ਇਸ ਦੀ ਭੁੱਖ ਨਹੀਂ ਮਿਟਦੀ। ਗੁਰਦੇਵ ਕਹਿੰਦੇ ਨੇ, ਦੂਸਰੇ ਪਾਸੇ ਉਹ ਲੋਕ ਨੇ, ਭਾਉ ਖਾਣਾ ਪੀਣਾ ਆਧਾਰ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਅਰਥ ਜਦ ਕਰਨੇ ਨੇ ਨਾ, ਭੈ ਤੋਂ ਭਾਵ ਹੈ ਦੁਨੀਆ ਦਾ ਡਰ, ਭਉ ਤੋਂ ਭਾਵ ਹੈ ਪਰਮਾਤਮਾ ਦਾ ਡਰ। ਇੱਥੇ ਹੈ ਭਉ, ਖਾਣਾ ਪੀਣਾ ਆਧਾਰ। ਇੱਕ ਉਹ ਗੁਰਮੁਖ ਪਿਆਰੇ ਨੇ ਜਿਹੜੇ ਪਰਮਾਤਮਾ ਦੇ ਭਉ ਵਿੱਚ ਰਹਿ ਕੇ, ਪਰਮਾਤਮਾ ਦੇ ਡਰ ਵਿੱਚ ਰਹਿ ਕੇ ਖਾਂਦੇ ਨੇ।
उसके डर विच पींदे ने, उसके डर नूं जीवन का आधार बनाया है। ये डर वो नहीं कि खाण तो डर रहे ने, यार खा के किते पेट ना खराब हो जाए, किते पी के कदे जुकाम ना हो जाए, कदे वो ना हो जाए। नहीं, ये डर है दातिया खांदिया कते तैनू ना भुल जावा, पींदिया कते तू ना विसर जावा। ये है कि हर पल तू चेते आवे, ये ओ वाला डर है। ये भै है परमात्मा किते विसर ना जावे। दाता जी कहंदे ने विण खादे मर होए गवार, जिन्हां ने इस डर तो बिना खादा है वो ते मूर्ख गवार ने। आउणगे जाणगे मर जाणगे, उन्हां दी कौन परवाह करदा है। साहिब कहंदे ने जिसका कोई कोए कोए, जिसका कोई हो गया उसका कौन हो सकता है दसो। भाव जेकर तू एक नूं अपना बना लिया ना, फिर तैनूं किसी होर दी जरूरत नहीं है। नहीं तो तू जितनियां नूं मर्जी अपना बना लै, परमात्मा तो अलावा एक सज्जन सब सज्जना, एक वैरी सब वाद। जेकर तू एक नाल रिश्ता जोड़ लिया भाव परमात्मा नाल, फिर ते तैनूं कोई कोए कोए कोई मर्जी होवे तैनूं परवाह नहीं। तू एक नाल रिश्ता जोड़, बाकियां तो तैनूं परवाह करन दी जरूरत नहीं। क्योंकि साहिब कहंदे ने सब को तेरा तू सबना का सोए। जो तेरा हो गया ना फरीदा, जे तू मेरा होए रह, सब जग तेरा होए, तू मेरा हो ते सही। तेनू दर दर ते जान दी लोड़ नहीं है, सारा जहान तेरा हो जाएगा, तो एक बारी मेरा ते हो। बादशाह कहंदे ने जाके जी जंत धन माल, जिस दे जीव ने, जिस दे तमाम जंतु ने, जिस दा ये धन है, जिस दा ये माल असबाब है, सब कुछ उसे दा ते है। तू एक बारी उसदा हो जाए, सब कुछ तैनों मिल जाएगा। नानक आखण बिखम विचार, वो कौन है, किथे रहिंदा है, किवें मिलदा है, की करदा है, ये सब कुछ नूं आखना बड़ी बिखम विचार है। ये सब कुछ आखे विच नहीं आ सकता। इस नूं सिर्फ मन लो, जो मनदा है तिन्हां नूं ते दोने जहानां दियां खुशियां मिल जांदियां ने। मालिक रहमत करे साडे अंदर उस परमात्मा दा डर वसाए, ते बाकी सारे